वाहे होए रहा सदतूर होए रहा सदतूर होए रहा सदतूर होए रहा सदतूर साजन 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 तेरे चरण की साजन तेरे चरण की साजन तेरे चरण की साजन तेरे चरण की होए रहा सदतूर होए रहा सदतूर होए रहा सदतूर होए रहा सदतूर साजन 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 तेरे चरण की साजन तेरे चरण की साजन तेरे चरण की साजन तेरे चरण की जी होए रहा सदतूर होए रहा सदतूर होए रहा सदतूर होए रहा सदतूर वाहे गुरु वाहे गुरु वाहे गुरु जी वाहे गुरु वाहे गुरु वाहे गुरु वाहे गुरु जी वाहे गुरु वाहे गुरु वाहे गुरु वाहे गुरु जी वाहे गुरु वाहे गुरु वाहे गुरु वाहे गुरु जी वाहे गुरु साजन तेरे चरण की होए रहा सदतूर नानक शरण तुहारिया पेखों सदा हजूर वाहे गुरु जी सुका होटल गुर सेविय अहनिस सहज सुपाए दर्शन पर से गुरु के जन्म मरण दुख जाए सतनाम श्री वाहिगुरु साहिब जी तेरा एको नाम मजी जड़ा रत्ता मेरा चोला सद रंग टोला तेरा एको नाम मजी जड़ा रत्ता मेरा चोला सद रंग टोला रहा जुग जुग अटल
ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਅਤੀ ਪਿਆਰੀ ਅਤੇ ਸਨਮਾਨਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ ਤੂੰ ਸੈਣ ਤੂੰ ਹੈ, ਮੈਂ ਤੁਝ ਉਪਰ ਬਹਮਾਣੀਆਂ। ਇਹ ਮੇਰੇ ਵਾਹਿਗੁਰੂ ਮੇਰੇ ਸਤਿਗੁਰੂ ਜੀ, ਤੂੰ ਹੀ ਮੇਰਾ ਸੱਜਣ ਹੈ ਔਰ ਤੂੰ ਹੀ ਮੇਰਾ ਸਾਥੀ ਹੈ, ਮੇਰਾ ਸਾਕ ਸੰਬੰਧੀ। ਤੂੰ ਹੈ ਮੇਰੇ ਦਾਤਾ ਜੀ, ਮੇਰੇ ਵਾਹਿਗੁਰੂ ਜੀ, ਮੇਰੇ ਰਾਮ ਜੀ, ਮੇਰੇ ਮੌਲਾ ਜੀ, ਮੇਰੇ ਗੌਡ ਜੀ, ਮੇਰੇ ਗੁਰੂ ਜੀ। ਸੱਜਣ ਤੂੰ ਸੈਣ ਤੂੰ ਹੈ, ਮੈਂ ਤੁਝ ਉਪਰ ਬਹਮਾਣੀਆਂ। ਸੱਜਣ ਮੇਰਾ ਏਕ ਤੂੰ, ਕਰਤਾ ਪੁਰਖ ਸੁਜਾਨ। ਤੂੰ ਸਭ ਤੋਂ ਸਿਆਣਾ ਜੇ, ਤੂੰ ਪੁਰਖ ਹੈ, ਅਸੀਂ ਸਭ ਤੁਹਾਡੀਆਂ ਬਣਾਈਆਂ ਜੀਵ ਰੂਪੀ ਇਸਤਰੀਆਂ ਹਾਂ। ਖਸਮ ਹੋ ਤੁਸੀਂ ਸਾਡੇ, ਕਰਤੇ ਹੋ ਮੇਰੇ, ਕਰਤੇ ਹੋ ਜਗਤ ਦੇ, ਕਰਤੇ ਹੋ ਸਾਰੇ ਸ੍ਰਿਸ਼ਟੀ ਰੂਪੀ ਆਕਾਰ ਦੇ। ਤੇ ਮੇਰਾ ਮਿੱਤਰ ਵੀ ਤੂੰ ਹੈ, ਮੇਰਾ ਯਾਰ ਵੀ ਤੂੰ, ਮੇਰਾ ਸੱਜਣ ਤੂੰ, ਇੱਕੋ ਹੀ ਹੈ ਸੱਚਾ। ਇਹ ਮੇਰੇ ਸਤਿਗੁਰੂ, ਇਹ ਮੇਰੇ ਵਾਹਿਗੁਰੂ ਜੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਲੜੀਵਾਰ ਕਥਾ ਸੂਹੀ ਰਾਗ ਦੇ ਅੰਦਰ ਇਹ ਪਾਵਨ ਉਪਦੇਸ਼ ਬਖਸ਼ ਰਹੇ ਨੇ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਇਹ ਸਦੀਵੀ ਰਹਿਣ ਵਾਲੇ ਅਵਿਨਾਸੀ ਰੰਗ ਵਾਲੇ, ਇਹ ਮੇਰੇ ਵਾਹਿਗੁਰੂ ਤੂੰ ਮੇਰਾ ਪਿਆਰਾ ਹੈ, ਤੂੰ ਮੇਰਾ ਢੋਲਾ ਹੈ, ਮੇਰਾ ਪਿਆਰਾ ਪ੍ਰੀਤਮ ਹੈ, ਮੇਰਾ ਸੱਜਣ ਹੈ ਤੂੰ। ਤੇਰਾ ਇੱਕ ਸੱਚਾ ਨਾਮ ਸਦੀਵੀ ਰਹਿਣ ਵਾਲਾ, ਔਰ ਇੱਕ ਵਾਰੀ ਇਹ ਰੰਗ ਚੜ੍ਹ ਜਾਵੇ ਤੇਰੇ ਨਾਮ ਦਾ, ਫਿਰ ਉਤਰਦਾ ਕੋਈ ਨਹੀਂ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ। ਇਹ ਮੇਰੇ ਸਤਿਗੁਰੂ, ਇਹ ਮੇਰੇ ਸੱਜਣ ਜੀ, ਤੁਸੀਂ ਆਪਣੀ ਕਿਰਪਾ ਸਦਕਾ ਮੇਰਾ ਮਨ ਰੂਪੀ ਚੋਲਾ ਆਪਣੇ ਇਸ ਸਦੀਵੀ ਰੰਗ ਮਜੀਠੜੇ ਰੰਗ ਵਿੱਚ ਰੰਗ ਦਿੱਤਾ ਹੈ। ਇਹ ਸਭ ਤੁਹਾਡੀ ਰਹਿਮਤ, ਤੁਹਾਡਾ ਫਜ਼ਲੋ ਕਰਮ, ਤੁਹਾਡੀ ਨਦਰੇ,
ਇਨਾਇਤ ਦਾ ਹੀ ਸਾਰਾ ਸਿੱਟਾ ਜੇ। ਸਤਿਗੁਰੂ ਜੀ ਰਹਾਉ ਤੋਂ ਅੱਗੇ ਕੀ ਸਮਝਾਉਂਦੇ ਹਨ, ਆਓ ਸ਼ਰਵਣ ਕਰੀਏ ਜੀ। ਸਾਜਨ ਚੱਲੇ ਪਿਆਰਿਆ, ਮਹਾਰਾਜ ਕਹਿੰਦੇ ਪਿਆਰਿਆ ਸੱਜਣ ਚੱਲੇ ਜੇ। ਆ ਜਿਤਨੇ ਤੇਰੇ ਸੱਜਣ ਨੇ ਸਭ ਚਲੇ ਗਏ, ਸਭਨਾਂ ਨੇ ਚਲੇ ਜਾਣਾ। ਇਹ ਦੱਸ ਪਿਆਰੇ ਜਿਹੜੇ ਜਾ ਚੁੱਕੇ ਸੱਜਣ ਹਨ ਤੇ ਜਿਨ੍ਹਾਂ ਨੇ ਚਲੇ ਜਾਣਾ, ਇਹਨਾਂ ਦੇ ਨਾਲ ਕਿਵੇਂ ਮਿਲਾਪ ਹੋਵੇਗਾ ਤੇਰਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਜੋਤੀ ਜੋਤ ਦਿਵਸ, ਜੋਤੀ ਜੋਤ ਦਿਹਾੜਾ ਕੱਲ੍ਹ ਸਮੁੱਚੇ ਪੰਥ ਨੇ ਮਨਾਇਆ। ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸੰਗਤਾਂ ਵਿੱਚ ਸੁਭਾਏਮਾਨ ਨੇ। ਸਾਹਿਬ ਕਹਿਣ ਲੱਗੇ ਕੁਝ ਸਮਾਂ ਹੀ ਬਾਕੀ ਰਹਿ ਗਿਆ ਸਿੱਖੋ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਹੱਥ ਜੋੜੇ ਤੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਤੇ ਖਡੂਰ ਸਾਹਿਬ ਪਹੁੰਚ ਚੁੱਕੇ ਨੇ ਜਦੋਂ ਮਹਾਰਾਜ ਨੇ ਤਖਤ ਬਖਸ਼ਿਆ। ਕਿਉਂਕਿ ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਜੀ ਕਰਤਾਰਪੁਰ ਨਹੀਂ ਸਨ। ਕਿਉਂਕਿ ਮਹਾਰਾਜ ਨੇ ਤਖਤ ਦਿੰਦੇ ਸਾਰੇ ਆਪ ਜੀ ਨੂੰ ਕਿਹਾ ਤੁਸੀਂ ਖਡੂਰ ਦੀ ਧਰਤੀ 'ਤੇ ਟਿਕੋ। ਤੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿੱਖਾਂ ਨੇ ਹੱਥ ਜੋੜੇ, ਕਹਿਣ ਲੱਗੇ ਪਾਤਸ਼ਾਹ ਜੀ ਕਿਰਪਾ ਕਰੋ, ਸੰਗਤ ਲਈ ਉਪਦੇਸ਼ ਬਖਸ਼ੋ, ਕਿਆ ਹੁਕਮ ਹੈ ਗੁਰੂ ਦਾ। ਸਾਹਿਬ ਕਹਿਣ ਲੱਗੇ ਬਾਬਾ ਬੁੱਢਾ ਜੀ ਸੁਣੋ, ਸਰੀਰਾਂ ਦਾ ਮੋਹ ਨਹੀਂ ਕਰਨਾ। ਮਹਾਰਾਜ ਕਹਿੰਦੇ ਸਰੀਰ ਅੱਜ ਹੈ ਕੱਲ ਹੈ ਨਹੀਂ, ਇਸ ਲਈ ਜੁੜਨਾ ਤੇ ਗੁਰੂ ਕਹਿੰਦੇ ਸ਼ਬਦ ਨਾਲ ਜੁੜਨਾ। ਗੁਰੂ ਰੂਪੀ ਸੱਜਣ ਸ਼ਬਦ ਰੂਪੀ ਸੱਜਣ ਹੈ। ਬਾਣੀ ਗੁਰੂ ਨਾਲ ਜੁੜੋਗੇ, ਸ਼ਬਦ ਨਾਲ ਜੁੜੋਗੇ, ਕਦੇ ਵਿਛੋੜਾ ਨਹੀਂ ਹੋਵੇਗਾ। ਸਰੀਰਾਂ ਨਾਲ ਜੁੜਨਗੇ ਜਿਹੜੇ ਅੱਜ ਜੁੜੇ ਨੇ, ਕੱਲ ਸਰੀਰ ਹੈ ਨਹੀਂ, ਕੱਲ ਵਿਛੋੜਾ ਹੈ। ਇਸ ਲਈ ਇਹੀ ਉਪਦੇਸ਼ ਹੈ ਮੇਰਾ ਅੰਤਮ। हे ਗੁਰੂ ਕੀ ਸੰਗਤ ਜੀ, हे ਮੇਰੇ ਸਿੱਖੋ, हे ਭਾਈ ਸੰਗਤੋ, ਇਹੀ ਉਪਦੇਸ਼ ਪੱਲੇ ਬੰਨੋ। ਸ਼ਬਦ ਹੀ ਸੱਜਣ ਹੈ, ਸ਼ਬਦ ਹੀ ਗੁਰੂ ਹੈ। ਤੇ ਗੁਰੂ ਰੂਪੀ ਸੱਜਣ ਨਾਲ, ਸ਼ਬਦ ਰੂਪੀ ਸੱਜਣ ਨਾਲ ਜਿਹੜੇ ਜੁੜ ਜਾਣਗੇ ਉਹ ਸਦਾ ਮਿਲੇ ਰਹਿਣਗੇ। ਫਿਰ ਉਹਨਾਂ ਦਾ ਕਦੇ ਵੀ ਵਿਛੋੜਾ ਨਹੀਂ ਪਵੇਗਾ। ਸਾਹਿਬ ਕਹਿਣ ਲੱਗੇ ਬਾਬਾ ਬੁੱਢਾ ਜੀ ਦੂਸਰਾ ਉਪਦੇਸ਼ ਮੇਰਾ ਇਹ ਹੈ ਸੰਗਤਾਂ ਨੂੰ ਕਿ ਅੰਮ੍ਰਿਤ ਵੇਲੇ ਦਾ ਤਿਆਗ ਨਹੀਂ ਕਰਨਾ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਸੰਗਤ ਦੀ ਸੇਵਾ ਕਰਨੀ, ਆਏ ਗਏ ਅਭਿਆਗਤ ਅਤਿਥੀ ਦੀ ਸੇਵਾ ਕਰਨੀ। ਸਾਰਿਆਂ ਵਿੱਚ ਇੱਕ ਬ੍ਰਹਮ ਹੀ ਵਰਤ ਰਿਹਾ ਹੈ। ਇਹ ਅੰਤਮ ਉਪਦੇਸ਼ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਸਿੱਖ ਸੰਗਤਾਂ ਨੂੰ, ਧੰਨ ਬਾਬਾ ਬੁੱਢਾ ਜੀ ਸਾਹਿਬ ਵਰਗੇ ਸਿੱਖਾਂ ਨੂੰ ਬਖਸ਼ਿਆ। ਮਹਾਰਾਜ ਕਹਿੰਦੇ ਸਾਜਨ ਚਲੇ ਪਿਆਰਿਆ, ਕਿਉਂ ਮੇਲਾ ਹੋਈ, ਕਿਵੇਂ ਮਿਲਾਪ ਹੋਵੇਗਾ। ਸੱਜਣ ਤੇ ਚੱਲੇ ਨੇ, ਇਹ ਤੇਰੇ ਦੁਨਿਆਵੀ ਸੱਜਣ ਤੇ ਪਿਆਰੇ, ਇਹ ਤੇ ਚੱਲੇ ਨੇ। ਇੱਕ ਚਲੇ ਗਏ, ਇੱਕ ਚੱਲਣ ਦੀ ਤਿਆਰੀ ਵਿੱਚ ਨੇ, ਇੱਕ ਨਾ ਨੇ ਚਲੇ ਜਾਣਾ। 10 ਜਿਹੜੇ ਚਲੇ ਗਏ ਉਹਨਾਂ ਦੇ ਨਾਲ ਤੇਰਾ ਕਿਵੇਂ
ਮਿਲਾਪ ਹੋਵੇਗਾ। ਜੇ ਗੁਣ ਹੋਵੇ ਗੰਠੜੀਏ। ਮਹਾਰਾਜ ਕਹਿੰਦੇ ਅਗਰ ਗਠੜੀ ਜਿਹੜੀ ਬੰਨੀ ਹੈ ਨਾ ਤੂੰ, ਜਿਸ ਸਫ਼ਰ ਤੇ ਤੂੰ ਜਾਣਾ ਪਰਲੋਕ ਦੀ ਯਾਤਰਾ ਵਿੱਚ, ਅਗਰ ਉਸ ਗਠੜੀ ਵਿੱਚ ਤੇਰੇ ਪੱਲੇ ਕੁਝ ਖਰਚ ਬੰਨਿਆ ਹੋਵੇਗਾ, ਉਹ ਖਰਚ ਕਿਹੜਾ? ਉਹ ਹੈ ਗੁਣ, ਉਹਨੇ ਸ਼ੁਭ ਗੁਣ ਅਗਰ ਤੇਰੇ ਪੱਲੇ ਹੋਵਣਗੇ, ਜਦੋਂ ਤੂੰ ਚੱਲੇਗਾ ਦੁਨੀਆ ਤੋਂ, ਹੇ ਸੱਜਣਾ, ਇਹਨਾਂ ਗੁਣਾਂ ਦੀ ਬਦੌਲਤ ਹੀ ਪ੍ਰਭੂ ਤੈਨੂੰ ਆਪਣੇ ਵਿੱਚ ਮੇਲਣਗੇ, ਕਦੇ ਆਪਣੇ ਤੋਂ ਵਿਛੜਨ ਨਹੀਂ ਦੇਵਣਗੇ। ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ। ਜੇ ਗੁਣ ਹੋਵੇ ਗੰਠੜੀਏ। ਪਰ ਜੇ ਗੰਠੜੀ ਹੈ ਤੇਰੀ ਗਠੜੀ ਵਿੱਚ, ਤੇਰੀ ਹਿਰਦੇ ਰੂਪੀ ਗਠੜੀ ਵਿੱਚ, ਇਸ ਗੰਢ ਵਿੱਚ ਅਗਰ ਗੁਣ ਹੋਵਣਗੇ, ਸਤ, ਸੰਤੋਖ, ਦਇਆ, ਧੀਰਜ, ਧਰਮ, ਸ਼ੁਭ ਵਿਚਾਰ, ਅਗਰ ਇਹ ਗੁਣ ਤੇਰੇ ਪੱਲੇ ਹੋਵਣਗੇ ਤਾਂ ਫਿਰ ਮੇਲ ਲਏਗਾ, ਤੈਨੂੰ ਵਿਛੜਨ ਨਹੀਂ ਦੇਵੇਗਾ। ਫਿਰ ਸੱਚਾ ਸੱਜਣ ਪਰਮਾਤਮਾ। ਇਸ ਲਈ ਮਹਾਰਾਜ ਕਹਿੰਦੇ ਗੁਣਾ ਕੀ ਕੀਜੈ ਸਾਂਝ, ਛੋੜ ਅਵਗਣ ਚੱਲੀਏ। ਮਹਾਰਾਜ ਕਹਿੰਦੇ ਤੁਸੀਂ ਸਾਂਝ ਪਾਉਣੀ ਹੈ ਭਾਈ, ਗੁਣਾਂ ਦੇ ਨਾਲ ਪਾ ਲਓ। ਗੁਣ ਕਿਤੋਂ ਵੀ ਮਿਲ ਜਾਵੇ, ਪ੍ਰਾਪਤ ਕਰੋ। ਆਚਾਰੀਆ ਚਾਣਕਿਆ ਜੀ ਉਹ ਕਹਿੰਦੇ ਅਗਰ ਹੀਰਾ ਜਾਂ ਸੋਨਾ ਜਾਂ ਸੋਨੇ ਦਾ ਗਹਿਣਾ ਅਗਰ ਨਾਲੀ ਵਿੱਚ ਗਿਰ ਪਵੇ, ਗੰਦਗੀ ਵਿੱਚ ਡਿੱਗ ਪਵੇ, ਤੇ ਚੁੱਕਣ ਲੱਗੇ ਕੋਈ ਹਰਜ਼ ਨਹੀਂ ਕਰਨਾ ਚਾਹੀਦਾ। ਕਿਸੇ ਪੁੱਛਿਆ ਚਾਣਕਿਆ ਜੀ ਕਿਉਂ? ਨਾਲੀ ਵਿੱਚੋਂ ਹੀਰਾ, ਸੋਨਾ, ਸੋਨੇ ਦਾ ਗਹਿਣਾ ਚੁੱਕਣ ਲੱਗਿਆਂ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ, ਕੋਈ ਸੰਕੋਚ ਨਹੀਂ ਕਰਨਾ ਚਾਹੀਦਾ। ਕਿਉਂ? ਕਹਿੰਦੇ ਗੰਦਗੀ ਵਿੱਚ ਰਹਿ ਕੇ ਵੀ ਹੀਰੇ ਦਾ ਵਿਗੜਦਾ ਕੱਖ ਨਹੀਂ। ਸੋਨੇ ਦੇ ਗਹਿਣੇ ਦਾ ਨਾਲੀ ਵਿੱਚ ਡਿੱਗ ਕੇ ਵੀ ਕੱਖ ਨਹੀਂ ਵਿਗੜਦਾ। ਉਹ ਤੇ ਸੋਨਾ ਹੀ ਹੈ, ਉਹ ਤੇ ਹੀਰਾ ਹੀ ਹੈ। ਚਾਣਕਿਆ ਜੀ ਕਹਿੰਦੇ ਇਸੇ ਤਰ੍ਹਾਂ ਦੁਨੀਆ ਦੇ ਲੋਕੋ, ਗੁਣ ਕਿਸੇ ਦੇ ਵੀ ਪੱਲੇ ਹੋਵਣ, ਗੁਣ ਕਿਤੋਂ ਵੀ ਲੈ ਲਓ, ਨਾ ਮਜ਼ਹਬ ਪਰਖੋ, ਨਾ ਜਾਤ ਪਰਖੋ, ਨਾ ਰੰਗ ਰੂਪ, ਨਾ ਨਸਲ ਪਰਖੋ, ਜਿੱਥੋਂ ਵੀ ਗੁਣ ਲੱਭਦੇ ਨੇ ਗੁਣਾਂ ਵੱਲ ਨੂੰ ਦੌੜ ਪਾਓ, ਗੁਣਾਂ ਦੀ ਪ੍ਰਾਪਤੀ ਕਰੋ। ਤੇ ਮਹਾਰਾਜ ਜੀ ਦੀ ਬਾਣੀ ਵੀ ਕਹਿ ਰਹੀ ਹੈ ਗੁਣਾ ਕੀ ਕੀਜੈ ਸਾਂਝ। ਕਿਸੇ ਵਿੱਚ ਗੁਣ ਨੇ ਉਹਦੇ ਨਾਲ ਸਾਂਝ ਪਾ ਲਓ, ਉਹਦੇ ਔਗਣਾਂ ਦੇ ਨਾਲ ਸਾਂਝ ਨਾ ਪਾਓ। ਔਗਣਾਂ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ, ਕਿਉਂਕਿ ਇੱਥੇ ਤੇ ਕਰਮੀ ਆਪੋ ਆਪਣੀ, ਆਪਣੇ ਆਪ ਹੀ ਕਰਮਾਂ ਦਾ ਸਿੱਟਾ ਸਭ ਨੇ ਭਾਈ ਭੁਗਤਣਾ। ਜੋ ਜੈਸੇ ਕਰਮ ਕਰਦਾ ਤੈਸਾ ਫਲ ਉਹਨੂੰ ਪ੍ਰਾਪਤ ਹੋਣਾ ਹੀ ਹੋਣਾ। ਤੁਸੀਂ ਸਾਂਝ ਗੁਣਾਂ ਦੇ ਨਾਲ ਪਾਓ। ਮਹਾਰਾਜ ਕਹਿੰਦੇ ਗੁਣਾ ਕੀ ਕੀਜੈ ਸਾਂਝ, ਛੋੜ ਅਵਗਣ ਚੱਲੀਏ। ਪਰ ਮਹਾਰਾਜ ਕਹਿੰਦੇ ਫਿਤਰਤ ਹੈ, ਸੁਭਾਅ ਹੈ ਦੁਨੀਆ ਦਾ। ਮਹਾਰਾਜ ਕਹਿੰਦੇ ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਮਹਾਰਾਜ ਕਹਿੰਦੇ ਲੋਕੀ ਔਗਣਾਂ ਦੀਆਂ ਗਠੜੀਆਂ ਬੰਨੀ ਤੁਰੇ ਜਾਂਦੇ ਨੇ, ਗੁਣ ਨੂੰ ਕੋਈ ਖਰੀਦਦਾ ਹੀ ਨਹੀਂ। ਗੁਣ ਦੀ ਪ੍ਰਾਪਤੀ ਵੱਲ ਕੋਈ ਦੌੜਦਾ ਹੀ ਨਹੀਂ। ਤੇ ਮਹਾਰਾਜ ਸਾਹਿਬ ਕਹਿੰਦੇ ਕਬੀਰ ਰਸ ਕੋ ਗਾਂਡੋ ਚੂਸੀਐ,
ਗੁਣ ਕੋ ਮਰੀਐ ਰੋਏ, ਅਵਗੁਣੀ ਆਰੇ ਮਾਨਸੈ, ਭਲੋ ਨਾ ਕਹਿ ਹੈ ਕੋਏ। ਮਹਾਰਾਜ ਕਹਿੰਦੇ ਗੰਨੇ ਵਿੱਚ ਰਸ ਹੈ, ਰਸ ਉਹਦਾ ਗੁਣ ਹੈ, ਮਿਠਾਸ ਰਸ, ਰਸ ਵਿੱਚ ਮਿਠਾਸ ਗੰਨੇ ਦਾ ਗੁਣ ਹੈ। ਕਿਵੇਂ ਉਹਨੂੰ ਚੂਸਦੇ ਹੋ, ਕਿਵੇਂ ਉਹਨੂੰ ਚੂਪਦੇ ਹੋ ਤੁਸੀਂ? ਕਿਉਂ? ਗੁਣ ਦੀ ਕਦਰ ਹੈ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਭਗਤ ਕਬੀਰ ਜੀ ਕਹਿੰਦੇ ਗੁਣ ਕਿਤੋਂ ਵੀ ਮਿਲਦਾ ਹੋਵੇ ਨਾ, ਗੁਣ ਦੀ ਪ੍ਰਾਪਤੀ ਲਈ ਮਰ ਜਾਓ, ਮਿਟ ਜਾਓ, ਬਈ ਇਹ ਗੁਣ ਪ੍ਰਾਪਤ ਕਰਨਾ ਹੀ ਕਰਨਾ। ਗੁਣ ਦੀ ਪ੍ਰਾਪਤੀ ਲਈ ਰੋਣਾ ਕਰੋ, ਬਈ ਕਿਵੇਂ ਨਾ ਕਿਵੇਂ ਦਾਤਾ ਜੀ ਇਹ ਗੁਣ ਮੈਨੂੰ ਵੀ ਪ੍ਰਾਪਤ ਹੋ ਜਾਣ ਜਿਹੜੇ ਦੂਸਰੇ ਦੇ ਪਾਸ ਨੇ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ, ਅਵਗੁਣੀ ਆਰੇ ਮਾਨਸੈ, ਭਲੋ ਨਾ ਕਹਿ ਹੈ ਕੋਏ। ਜਿਹੜੇ ਔਗਣ ਹਾਰੇ ਲੋਕ ਨੇ ਉਹਨਾਂ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ। ਗੁਣਵਾਨ ਦੀ ਕਦਰ ਹਰ ਥਾਂ ਤੇ ਪੈਂਦੀ ਹੈ। ਇੱਕ ਦਿਨ ਦੁਆਪਰ ਯੁੱਗ ਦੀ ਬਾਤ, ਗੋਪੀਆਂ ਆਪਸ ਵਿੱਚ ਚਰਚਾ ਲੱਗੀਆਂ ਕਰਨ, ਕਹਿਣ ਲੱਗੀਆਂ ਜਿਹੜੀ ਮੁਰਲੀ ਹੈ ਨਾ, ਇਹ ਬਾਂਸੁਰੀ ਹੈ, ਇਹ ਬੜੀ ਭੈੜੀ ਹੈ, ਸਾਡੀ ਤੇ ਸੌਕਣ ਹੈ ਸੌਕਣ। ਜਦੋਂ ਕਾਨ੍ਹਾ ਜੀ ਬਾਂਸੁਰੀ ਦੇ ਵਿੱਚ ਮਗਨ ਹੋ ਜਾਂਦੇ ਨੇ, ਫਿਰ ਸਾਡਾ ਤੇ ਖਿਆਲ ਹੀ ਕੋਈ ਨਹੀਂ ਰਹਿੰਦਾ ਇਹਨਾਂ ਨੂੰ। ਇਸ ਲਈ ਵੈਰਨ ਹੈ, ਦੁਸ਼ਮਣ ਹੈ ਬਾਂਸੁਰੀ। ਕੁਝ ਗੋਪੀਆਂ ਕਹਿਣ ਲੱਗੀਆਂ ਨਾ ਇੰਜ ਨਾ ਕਹੋ, ਔਗਣ ਨਾ ਤੱਕੋ ਬਾਂਸੁਰੀ ਦਾ, ਬਾਂਸੁਰੀ ਵਿੱਚ ਤੇ ਗੁਣੇ ਬਹੁਤ ਨੇ। ਕੁਝ ਗੋਪੀਆਂ ਕਹਿਣ ਲੱਗੀਆਂ ਕਿਵੇਂ? ਕਹਿਣ ਲੱਗੀਆਂ ਵੇਖੋ ਬਾਂਸੁਰੀ ਜਦੋਂ ਕਿਸੇ ਦੇ ਹੱਥ ਵਿੱਚ ਜਾਂਦੀ ਹੈ, ਵਜੰਤਰੀ ਦੇ ਵਜਾਉਣ ਵਾਲੇ ਦੇ, ਬਾਂਸੁਰੀ ਹੱਥ ਵਿੱਚ ਜਾਂਦੀ ਸਾਰੇ ਸਮਰਪਣ ਕਰ ਦਿੰਦੀ ਹੈ ਜਿਹਦੇ ਹੱਥਾਂ ਵਿੱਚ ਜਾਂਦੀ ਹੈ। ਨਾ ਚੂੰ ਨਾ ਚੈਂ, ਕੁਝ ਨਹੀਂ ਕਰ ਸਕਦੀ ਉਹ ਕਹਿੰਦੀ ਲੈ ਮੈਂ ਤੇ ਤੇਰੇ ਹੱਥਾਂ ਵਿੱਚ ਡਿੱਗ ਪਈ, ਤੇਰੀ ਮਰਜ਼ੀ ਹੈ ਮੈਨੂੰ ਵਜਾ, ਤੇਰੀ ਮਰਜ਼ੀ ਹੈ ਮੈਨੂੰ ਭਗਾ ਕੇ ਮਾਰ ਦੇ। ਕਹਿੰਦੀਆਂ ਉਹ ਸਮਰਪਣ ਕਰਦੀ ਹੈ, ਸਮਰਪਣ ਦੀ ਭਾਵਨਾ ਹੈ ਬਾਂਸੁਰੀ ਦੇ ਅੰਦਰ। ਤੁਸੀਂ ਉਹ ਤੋਂ ਗੁਣ ਲਾਓ, ਤੁਸੀਂ ਇੱਕ ਔਗਣ ਪਕੜ ਕੇ ਬਹਿ ਗਈਆਂ ਜੇ ਬਈ ਇਹ ਸਾਡੀ ਸੌਕਣ ਹੈ, ਇਹ ਵੱਜਦੀ ਹੈ ਕਾਨ੍ਹਾ ਨੂੰ, ਸ੍ਰੀ ਕ੍ਰਿਸ਼ਨ ਜੀ ਨੂੰ, ਸਾਡਾ ਚੇਤਾ ਹੀ ਕੋਈ ਨਹੀਂ ਆਉਂਦਾ। ਉਹਨੂੰ ਨਿੰਦੋ ਨਾ, ਭੈੜਾ ਨਾ ਕਹੋ, ਬੜਾ ਗੁਣ ਹੈ ਉਹਦੇ ਵਿੱਚ, ਸਮਰਪਣ ਭਾਵ ਹੈ ਉਹਦੇ ਅੰਦਰ, ਆਪਾ ਸਮਰਪ ਦਿੰਦੀ ਹੈ ਵਜਾਉਣ ਵਾਲੇ ਦੇ ਹੱਥਾਂ ਵਿੱਚ। ਕਹਿਣ ਲੱਗੀਆਂ ਦੂਸਰਾ ਗੁਣ ਸੁਣੋ ਬਾਂਸੁਰੀ ਦਾ। ਬਾਂਸੁਰੀ ਦੇ ਵਿੱਚ 10 ਛੇਕ ਨੇ, 10 9 ਰਾਹੀਂ ਰਾਗ ਆਲਾਪ ਦੀ ਹੈ। ਇੱਕ ਛੇਕ ਦੇ ਉੱਤੇ ਉਂਗਲ ਰੱਖਣੀ ਪੈਂਦੀ ਹੈ। ਫਿਰ ਬਾਂਸੁਰੀ ਵਿੱਚੋਂ ਰਾਗ ਉਤਪੰਨ ਹੁੰਦੇ ਨੇ, ਫਿਰ ਤਰ੍ਹਾਂ ਤਰ੍ਹਾਂ ਦੇ ਰਾਗ ਆਲਾਪ ਦੀ ਹੈ ਬਾਂਸੁਰੀ। ਕਹਿਣ ਲੱਗੀ ਆਪਣੀ ਹਾਲਤ ਵੀ ਤੇ ਬਾਂਸੁਰੀ ਵਰਗੀ ਹੈ। ਪ੍ਰਭੂ ਨੇ, ਭਗਵਾਨ ਨੇ ਸਾਡਾ ਤੁਹਾਡਾ ਸਰੀਰ ਬਾਂਸੁਰੀ ਬਣਾਇਆ, ਇਹਦੇ ਵਿੱਚ ਵੀ 10 ਦੁਆਰੇ ਨੇ। ਮਹਾਰਾਜ ਜੀ ਦੀ ਬਾਣੀ ਕਹਿੰਦੀ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਜਦੋਂ 9 ਗੋਲਕਾਂ ਤੋਂ ਸੁਰਤ ਗੁਰੂ ਕਹਿੰਦੇ ਤੁਸੀਂ ਉਹ ਤਾਂ ਚੁੱਕੋਗੇ, 10ਵੇਂ ਦੁਆਰ ਦੀ ਸੋਝੀ ਹੋਵੇਗੀ। 10ਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਇਹ ਪਰਮ ਪੁਰਖ ਸਭ ਤੋਂ ਵੱਡੇ ਪੁਰਖ, ਰੱਬ ਦੀ ਘਾਟੀ ਜੇ, ਇਹ 10ਮ ਦੁਆਰ ਇੱਥੇ ਹੈ।
ਜਿੱਥੇ ਆਪਾਂ ਕੇਸ ਜੂੜਾ ਬੰਨ੍ਹਦੇ ਹਾਂ, ਇੱਥੇ ਦਸਮ ਦੁਆਰ ਹੁੰਦਾ ਹੈ। ਗੁਰਬਾਣੀ ਤੇ ਸ਼ਾਸਤਰ ਦੇ ਅਨੁਸਾਰ ਉਹ ਕਹਿਣ ਲੱਗੀਆਂ, ਵੇਖੋ 9 ਗੋਲਕਾਂ ਸਾਡੇ ਸਰੀਰ ਵਿੱਚ ਵੀ ਨੇ। ਇਹ 9 ਦੀਆਂ 9 ਗੋਲਕਾਂ ਦੇ ਵਿੱਚੋਂ ਗੰਦਗੀ ਬਾਹਰ ਆਉਂਦੀ ਹੈ। ਇੱਕੋ ਹੀ ਹੈ ਦੁਆਰਾ ਜੋ ਬਿਲਕੁਲ ਪਾਕ ਹੈ, ਉਹ ਹੈ ਦਸਮ ਦੁਆਰਾ। ਪਰ ਬਾਂਸਰੀ ਫਿਰ ਵੀ ਮਹਾਨ ਹੈ। ਇੱਕ ਸੁਰਾਖ ਦੇ ਉੱਪਰ ਉਂਗਲ ਰੱਖੋ, 9 ਸੁਰਾਖਾਂ ਵਿੱਚੋਂ ਕਮਾਲ ਦੀ ਇਹ ਅਲਾਪ ਜਾਰੀ ਕਰਦੀ ਹੈ, ਰਾਗ ਅਲਾਪ ਦੀ ਹੈ, ਸਾਥੋਂ ਬਾਂਸਰੀ ਚੰਗੀ ਹੈ। ਗੋਪੀਆਂ ਕਹਿਣ ਲੱਗੀਆਂ, ਗੁਣ ਸੁਣੋ ਬਾਂਸਰੀ ਦਾ ਤੀਜਾ। ਜਿਸ ਬਾਂਸ ਦੇ ਵਿੱਚ ਗੰਢ ਹੋਵੇ ਉਹਦੀ ਬਾਂਸਰੀ ਨਹੀਂ ਬਣਦੀ ਹੁੰਦੀ। ਬਾਂਸਰੀ ਬਣਾਉਣ ਲਈ ਗੰਢ ਦਾ ਕੱਟਣਾ ਅਤੀ ਜ਼ਰੂਰੀ ਹੈ। ਬਾਂਸਰੀ ਵਿੱਚ ਗੰਢ ਕੋਈ ਨਹੀਂ ਹੁੰਦੀ, ਜੇ ਹੋਵੇ ਤੇ ਬਾਂਸਰੀ ਬਣਦੀ ਹੋਈ ਨਹੀਂ, ਫਿਰ ਨਹੀਂ ਹੈ ਵੱਜਦੀ। ਕਹਿਣ ਲੱਗੀਆਂ, ਵੇਖੋ ਸਾਡਾ ਤੁਹਾਡਾ ਸਰੀਰ ਇੱਕ ਬਾਂਸਰੀ ਤੇ ਹੈ, 10 ਸੁਰਾਖ ਉਹਦੇ ਵਿੱਚ ਨੇ, 10 ਸਾਡੇ ਸਰੀਰ ਵਿੱਚ ਨੇ। ਗੁਰਬਾਣੀ ਕਹਿੰਦੀ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਕਹਿਣ ਲੱਗੀ ਗੰਢ ਕੀ ਹੈ? ਗੋਪੀਆਂ ਕਹਿਣ ਲੱਗੀਆਂ ਗੰਢ। ਕਹਿਣ ਲੱਗੀ ਗੰਢ ਹੈ ਅਸ਼ਰਦਾ। ਅਸ਼ਰਦਾ ਰੂਪੀ ਗੰਢ ਹੋਵੇ ਤੇ ਸਰੀਰ ਰੂਪੀ ਬਾਂਸੁਰੀ ਕਦੇ ਪ੍ਰਭੂ ਦੇ ਗੀਤ ਨਹੀਂ ਗਾ ਸਕਦੀ, ਅਲਾਪ ਨਹੀਂ ਕਰ ਸਕਦੀ। ਇਹਦੇ ਵਿੱਚੋਂ ਅਲਾਪਚਾਰੀ ਹੋ ਹੀ ਨਹੀਂ ਸਕਦੀ ਪਰਮਾਤਮਾ ਦੇ ਨਾਮ ਦੀ, ਪ੍ਰਭੂ ਦੀ ਸਿਫਤ ਸਲਾਹ ਦੀ। ਇਸ ਲਈ ਹਉਮੈ ਰੂਪੀ ਅਸ਼ਰਦਾ ਰੂਪੀ ਗੰਢ ਨੂੰ ਤੁਸੀਂ ਬਾਂਸਰੀ ਤੋਂ ਸਬਕ ਸਿੱਖੋ, ਗੁਣ ਲਓ। ਕਿਉਂ ਦਾ ਇੱਕ ਔਗਣ ਪਕੜ ਕੇ ਬਹਿ ਗਈਆਂ ਤੁਸੀਂ ਇੱਕ ਔਗਣ ਪਕੜਿਆ, ਸੈਂਕੜੇ ਗੁਣ ਬਾਂਸਰੀ ਦੇ ਅੱਖੋਂ ਪਰੋਖੇ ਕਰ ਦਿੱਤੇ। ਨਾ ਸਖੀਓ ਨਾ ਕਿਸੇ ਤੋਂ ਵੀ ਗੁਣ ਹਾਸਲ ਕਰੋ, ਔਗਣ ਨਹੀਂ। ਤੇ ਮਹਾਰਾਜ ਕਹਿੰਦੇ ਸੁਭਾਅ ਹੈ ਦੁਨੀਆ ਦਾ, ਲੋਕ ਅਵਗਣਾ ਕੀ ਬੰਨੈ ਗੰਠੜੀ। ਗੁਣ ਨਾ ਵਿਹਾਜੈ ਕੋਏ, ਗੁਣ ਕਾ ਗਾਹਕ ਨਾਨਕਾ। ਵਿਰਲਾ ਕੋਈ ਹੈ ਗੁਣਾਂ ਦਾ ਗਾਹਕ, ਕੋਈ ਵਿਰਲਾ ਵਿਰਲਾ ਹੁੰਦਾ ਹੈ ਭਾਈ। ਮਹਾਰਾਜ ਕਹਿੰਦੇ ਜੇ ਗੁਣ ਹੋਵਨ ਗੰਠੜੀ ਹੈ। ਜਦੋਂ ਤੁਸੀਂ ਪਰਲੋਕ ਦੇ ਸਫ਼ਰ, ਪਰਲੋਕ ਦੀ ਯਾਤਰਾ ਤੇ ਜਾਣਾ ਹੈ, ਇਹ ਜੀਵ ਰੂਪੀ ਯਾਤਰੀ ਮੁਸਾਫਰ, ਜੇ ਤੇਰੇ ਪੱਲੇ ਖਰਚ ਹੋਵੇਗਾ, ਤੇਰੀ ਹਿਰਦੇ ਰੂਪੀ ਗਠੜੀ ਦੇ ਵਿੱਚ ਸ਼ੁਭ ਗੁਣ ਹੋਵਣਗੇ, ਪ੍ਰਭੂ ਤੈਨੂੰ ਵਿਛੜਨ ਨਹੀਂ ਦੇਵੇਗਾ, ਸੱਜਣ ਤੈਨੂੰ ਆਪਣੇ ਨਾਲ ਮੇਲ ਲਵੇਗਾ। ਜੇ ਗੁਣ ਹੋਵਨ ਗੰਠੜੀ ਹੈ, ਫਿਰ ਤੈਨੂੰ ਮੇਲ ਲਵੇਗਾ, ਫਿਰ ਉਹੀ ਸ਼ੋਭਾ ਵਾਲਾ ਪਰਮਾਤਮਾ ਸੱਜਣ ਮਿਲੇਗਾ। ਫਿਰ ਜਿਹਨੂੰ ਸੱਜਣ ਮੇਲ ਲਵੇ, ਜੋ ਸ਼ਬਦ ਨਾਲ ਮਿਲ ਗਿਆ, ਗੁਰੂ ਕਹਿੰਦੇ ਉਹ ਕਦੇ ਵਿਛੜਦਾ ਨਹੀਂ। ਜੋ ਸ਼ਬਦ ਨਾਲ ਮਿਲ ਚੁੱਕਾ ਹੈ, ਮਿਲਿਆ ਹੋਏ ਨਾ ਵਿਛੜੈ, ਫਿਰ ਉਹ ਮਿਲਿਆ ਹੋਇਆ ਕਦੇ ਵਿਛੜਦਾ ਨਹੀਂ। ਅਗਰ ਉਹ ਮਿਲਿਆ ਹੋਏਗਾ, ਮਹਾਰਾਜ ਕਹਿੰਦੇ ਅੰਤਰ ਆਤਮੈ ਜੋ ਮਿਲੈ ਸੋ ਮਿਲਿਆ ਹੋਈ। ਜਿਹੜਾ ਅੰਤਰ ਆਤਮੇ ਤੋਂ ਮਿਲਿਆ ਹੈ, ਅਸਲ ਵਿੱਚ ਉਹੀ ਮਿਲਿਆ ਗੁਰੂ ਨਾਲ, ਪਰਮੇਸ਼ਰ ਨਾਲ, ਜੋ ਸ਼ਬਦ ਵਿੱਚ ਮਿਲ ਗਿਆ ਹੈ ਭਾਈ। ਆਵਾ ਗੌਣ ਨਿਵਰਤ ਕਰ ਦਿੱਤਾ ਮੇਰੇ ਸੱਜਣ ਰੂਪੀ ਸਤਿਗੁਰੂ ਨੇ। ਮੇਰੇ ਪ੍ਰੀਤਮ ਵਾਹਿਗੁਰੂ ਜੀ ਨੇ ਮੇਰੇ ਤਮਾਮ ਔਗਣ
ਨਿਵਿਰਤ ਕਰ ਦਿੱਤੇ ਹਨ। ਹੈ ਸੱਚਾ ਸੋਈ ਕਿਉਂਕਿ ਉਹ ਸੱਚਾ ਹੈ। ਤਮਾਮ ਔਗਣਾਂ ਦਾ ਨਾਸ਼ ਇੱਕ ਛਿਨ ਵਿੱਚ ਕਰ ਦਿੰਦਾ ਹੈ। ਇੱਕ ਸੂਫੀ ਫਕੀਰ ਦੇ ਬੋਲ ਕਹਿਣ ਲੱਗੇ, ਮੇਰੇ ਮੌਲਾ ਇੰਨੇ ਗੁਨਾਹ ਕਰੂੰ, ਇਤਨੇ ਗੁਨਾਹ ਕਰੂੰ। ਕਿਸੇ ਪੁੱਛਿਆ ਜੀ ਕੀ ਕਹਿੰਦੇ ਹੋ? ਕਹਿੰਦੇ ਕਰੂੰ, ਇੱਕ ਤੋਂ ਇੱਕ ਵੱਡਾ ਗੁਨਾਹ ਕਰੂੰ। ਕਹਿਣ ਲੱਗੇ ਕੀ ਹੈ? ਗੁਨਾਹ ਕਰੂੰ, ਗੁਨਾਹ ਕਰੂੰ। ਕਹਿਣ ਲੱਗੇ ਭਰੋਸਾ ਹੈ, ਮੈਨੂੰ ਮਾਣ ਹੈ, ਮੈਨੂੰ ਮੇਰੇ ਯਾਰ ਉੱਪਰ, ਮੇਰੇ ਮੌਲਾ ਤੇ। ਉਹ ਦੁਨੀਆ ਦੇ ਸਾਰੇ ਔਗਣ ਇੱਕ ਪਾਸੇ, ਮੇਰੇ ਮਾਲਕ ਦੀ ਇੱਕ ਨਜ਼ਰ ਇੱਕ ਪਾਸੇ ਹੈ। ਇੱਕ ਦ੍ਰਿਸ਼ਟੀ ਪਾ ਦਿੰਦਾ, ਬੜੇ ਤੋਂ ਬੜੇ ਔਗਣ ਹਾਰੇ ਨੂੰ ਬਖਸ਼ ਦਿੰਦਾ। ਇਸ ਲਈ ਮੈਨੂੰ ਤੇ ਪ੍ਰਾਊਡ ਹੈ, ਮੈਨੂੰ ਤੇ ਮਾਣ ਹੈ ਆਪਣੇ ਯਾਰ ਉੱਪਰ, ਆਪਣੇ ਸੱਜਣ ਦੇ ਉੱਪਰ। ਤਮਾਮ ਔਗਣਾਂ ਦਾ ਨਾਸ਼ ਗੁਰੂ ਕਰ ਦਿੰਦਾ। ਜੇ ਚਾਹੇ ਇੱਕ ਛਿਨ ਵਿੱਚ ਗਨਕਾ ਨੂੰ ਦੇਵੀ ਬਣਾ ਦਿੰਦਾ, ਇੱਕ ਛਿਨ ਵਿੱਚ ਅਜਾਮਲ ਪਾਪੀ ਨੂੰ ਸੰਤ ਬਣਾ ਦਿੰਦਾ, ਇੱਕ ਛਿਨ ਵਿੱਚ। ਜੇ ਮੇਰਾ ਗੁਰੂ ਚਾਹੇ, ਜੇ ਮੇਰਾ ਸੱਜਣ ਪ੍ਰੀਤਮ ਪਰਮਾਤਮਾ ਚਾਹੇ ਤਾਂ। ਇਸ ਲਈ ਮਹਾਰਾਜ ਕੀ ਕਹਿੰਦੇ ਨੇ, ਦੁਬਾਰਾ ਸ਼ਰਵਣ ਕਰੀਏ ਜੀ। ਆਵਾ ਕੌਣ ਨਿਵਾਰਿਆ ਹੈ ਸੱਚਾ ਸੋਈ ਮੇਰਾ ਆਵਾਗਮਨ ਜਿਹੜਾ ਹੈ, ਜੰਮਣ ਤੇ ਮਰਨ ਦਾ ਗੇੜਾ, ਜਿਹਦਾ ਮੂਲ ਹੈ ਔਗਣ। ਔਗਣਾ ਕਰਕੇ ਜੀਵ ਆਵਾਗਮਨ ਦੇ ਚੱਕਰ ਵਿੱਚ ਘੁੰਮਦੇ ਨੇ। ਇਸ ਲਈ ਮੇਰੇ ਸੱਜਣ ਨੇ ਮੇਰਾ ਆਵਾਗਮਨ ਹੀ ਮਿਟਾ ਦਿੱਤਾ। ਮਹਾਰਾਜ ਕਹਿੰਦੇ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹ ਜਿਹਦੀ ਟੁੱਟੀ ਹੋਈ ਗੰਢ ਦਵੇ ਗੁਰੂ ਨਾਨਕ ਕਲਗੀਆਂ ਵਾਲਾ, ਫਿਰ ਉਹ ਆਵਾਗਮਨ ਦੇ ਚੱਕਰ ਵਿੱਚ ਥੋੜ੍ਹੀ ਪਵੇਗਾ। ਇਸ ਲਈ ਆਵਾਗੌਨ ਨਿਵਾਰਿਆ, ਮੇਰੇ ਸਤਿਗੁਰੂ ਨੇ ਮੇਰਾ ਆਵਾਗਮਨ ਦਾ ਗੇੜਾ ਹੀ ਨਿਵਿਰਤ ਕਰ ਦਿੱਤਾ। ਆਵਾਗੌਨ ਨਿਵਾਰਿਆ, ਹੈ ਸੱਚਾ ਸੋਈ ਉਹ ਸੱਚਾ ਹੈ ਭਾਈ। ਹਉਮੈ ਮਾਰ ਨਿਵਾਰਿਆ ਹਉਮੈ ਮਾਰ ਨਿਵਾਰਿਆ। ਮੇਰੇ ਗੁਰੂ ਨੇ, ਮੇਰੇ ਸੱਜਣ ਨੇ ਮੇਰੇ ਅੰਦਰੋਂ ਮੇਰੀ ਮੈਂ ਮੇਰੀ ਨੂੰ ਨਿਵਿਰਤ ਕਰਕੇ, ਸੀਤਾ ਹੈ ਚੋਲਾ ਇਹ ਜਿਹੜਾ ਮੇਰਾ ਮਨ ਰੂਪੀ ਚੋਲਾ ਹੈ ਨਾ, ਆਪਣੇ ਨਾਮ ਵਿੱਚ ਸਿਉਂ ਦਿੱਤਾ, ਆਪਣੇ ਰੰਗ ਵਿੱਚ। ਮਹਾਰਾਜ ਕਹਿੰਦੇ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਉਹਦੀ ਮਹਿਮਾ ਵਿੱਚ ਸਿਉਂਤਾ ਜਾਂਦਾ। ਫਿਰ ਇਹ ਮਨ ਰੂਪੀ ਚੋਲਾ ਮੇਰੇ ਸਤਿਗੁਰੂ ਸੱਜਣ ਨੇ ਮੇਰੇ ਅੰਦਰੋਂ ਮੇਰੀ ਹਉਮੈ ਨੂੰ ਮਾਰ ਕੇ ਆਪਣੇ ਨਾਮ ਵਿੱਚ, ਆਪਣੇ ਰੰਗ ਵਿੱਚ, ਆਪਣੇ ਪ੍ਰੇਮ ਵਿੱਚ ਮੇਰਾ ਮਨ ਰੂਪੀ ਚੋਲਾ ਸਿਉਂ ਦਿੱਤਾ ਹੈ ਭਾਈ। ਗੁਰਬਚਨੀ ਫਲ ਪਾਇਆ ਮੈਂ ਗੁਰੂ ਦੇ ਬਚਨਾਂ ਸਦਕਾ ਹੀ ਇਹ ਸਾਰਾ ਫਲ ਪ੍ਰਾਪਤ ਕੀਤਾ ਹੈ। ਸਹਿਜੇ ਅੰਮ੍ਰਿਤ ਬੋਲਾ ਸ਼ਹਿ ਸ਼ਾਹ ਖਸਮ ਪਰਮਾਤਮਾ ਦੇ ਜਿਹੜੇ ਅੰਮ੍ਰਿਤ ਬੋਲ ਨੇ, ਗੁਰੂ ਦੇ ਜਿਹੜੇ ਅੰਮ੍ਰਿਤ ਬੋਲ ਨੇ, ਇਹ ਹੈ ਸਤਿਗੁਰਾਂ ਦੀ ਬਾਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ। ਪਰਮ ਗਤ ਮੇਰੀ ਇਸ ਲਈ ਅੰਮ੍ਰਿਤ ਬੋਲ ਨੇ ਮੇਰੇ ਸਹਿ ਦੇ, ਮੇਰੇ ਸ਼ਾਹ ਦੇ, ਮੇਰੇ ਖਸਮ ਦੇ,
ਮੇਰੇ ਪ੍ਰੀਤਮ ਦੇ, ਮੇਰੇ ਸੱਜਣ ਸਤਿਗੁਰੂ ਜੀ ਦੇ। ਨਾਨਕ ਕਹੈ ਸਹੇਲਿਓ, ਮਹਾਰਾਜ ਕਹਿੰਦੇ, ਹੇ ਨਾਨਕ, ਮੈਂ ਆਖਦਾ ਹਾਂ, ਏ ਮੇਰੀਓ ਸਹੇਲੀਓ, ਏ ਮੇਰੀਓ ਸਖੀਓ, ਏ ਸਤਸੰਗੀ ਜਨੋ, ਏ ਮੇਰੇ ਸਿੱਖ ਰੂਪੀ ਮੇਰੀਓ ਸਹੇਲੀਓ, ਸੁਣੋ, ਮੈਂ ਨਾਨਕ ਆਖਦਾ ਹਾਂ, ਨਾਨਕ ਕਹੈ ਸਹੇਲੀ ਹੋ। ਸੋ ਖਰਾ ਪਿਆਰਾ। ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਮੇਰੀਓ ਸਹੇਲੀਓ ਸੁਣੋ, ਏ ਮੇਰੀਓ ਸਖੀਓ, ਏ ਮੇਰੇ ਸਿੱਖੋ, ਏ ਸਤ ਸੰਗੀਓ, ਮੈਂ ਨਾਨਕ ਦੇ ਬੋਲ ਸੁਣੋ। ਕੀ ਨੇ? ਨਾਨਕ ਕਹੈ ਸਹੇਲੀ ਹੋ। ਸੋ ਖਰਾ ਪਿਆਰਾ। ਜਿਹੜਾ ਸ਼ੌ ਹੈ, ਖਸਮ ਹੈ, ਪਰਮਾਤਮਾ ਹੈ, ਉਹ ਖਰਾ ਹੈ। ਉਦੋਂ ਖਰਾ ਕੋਈ ਹੈ ਹੀ ਨਹੀਂ ਦੁਨੀਆ 'ਤੇ, ਸਭ ਖੋਟੇ ਨੇ। ਗੁਰੂ ਤੋਂ ਬਿਨਾਂ, ਰੱਬ ਤੋਂ ਬਿਨਾਂ ਕੋਈ ਨਾ ਕੋਈ ਖੋਟ ਸਭ ਵਿੱਚ ਹੈ। ਖਰਾ ਤੇ ਕੇਵਲ ਗੁਰੂ ਹੈ, ਖਰਾ ਤੇ ਕੇਵਲ ਰੱਬ ਹੈ, ਤੇ ਖੋਟਿਆਂ ਨੂੰ ਖਰਾ ਬਣਾ ਦਿੰਦਾ ਹੈ। ਇੱਕ ਛਿਨ ਵਿੱਚ ਜੋ ਸਭ ਤੋਂ ਖਰਾ ਹੈ, ਮੇਰਾ ਸਤਿਗੁਰੂ, ਮੇਰਾ ਪਰਮਾਤਮਾ, ਮੇਰਾ ਰੱਬ, ਮੇਰਾ ਵਾਹਿਗੁਰੂ, ਇਸ ਲਈ ਸਭ ਤੋਂ ਖਰਾ ਹੈ ਮੇਰਾ ਸ਼ਾਹ, ਔਰ ਉਹ ਪਿਆਰਾ ਹੈ ਮੇਰਾ। ਤੇ ਸਭ ਦਾ ਹਮ ਸਹਿ ਕੇਰੀਆ ਦਾਸੀਆਂ, ਅਸੀਂ ਤੁਸੀਂ ਭਾਈ ਉਸ ਸ਼ਹਿ ਦੀਆਂ, ਸ਼ੌ ਦੀਆਂ, ਪ੍ਰੀਤਮ ਸੱਜਣ ਦੀਆਂ, ਖਸਮ ਦੀਆਂ, ਪ੍ਰਭੂ ਦੀਆਂ ਅਸੀਂ ਤੇ ਗੋਲੀਆਂ ਹਾਂ, ਦਾਸੀਆਂ ਹਾਂ। ਸਾਡਾ ਤੇ ਮਾਲਕ ਉਹ ਹੈ, ਰੱਬ, ਸੱਚਾ ਖਸਮ ਹਮਾਰਾ। ਤੇ ਉਹ ਸੱਚਾ ਖਸਮ ਹੈ ਸਾਡਾ ਸਭ ਦਾ। ਮੈਂ ਤਾਣ ਤੇਰਾ, ਤੂੰ ਖਸਮ ਮੇਰਾ, ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ। ਤੂੰ ਮੇਰਾ ਖਸਮ ਹੈ, ਖਸਮ ਮੇਰੇ ਸਾਈਆਂ, ਤੇ ਮੈਨੂੰ ਕੇਵਲ ਤੇਰਾ ਹੀ ਆਧਾਰ ਹੈ। ਪੰਗਤੀ ਦੁਬਾਰਾ ਜੀ। ਹਮ ਸਹਿ ਕੇਰੀਆ ਦਾਸੀਆਂ, ਅਸੀਂ ਸ਼ਹਿ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਸਭ ਦਾਸੀਆਂ ਹਾਂ, ਗੋਲੀਆਂ ਹਾਂ ਭਾਈ। ਸੱਚਾ ਖਸਮ ਤੇ ਹਮਾਰਾ। ਸਾਡਾ ਜਿਹੜਾ ਖਸਮ ਹੈ ਸੱਚਾ ਹੈ, ਉਹ ਝੂਠਾ ਨਹੀਂ। ਸੋਈ ਰਾਗ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਗਲੇ ਸ਼ਬਦ ਦੁਆਰਾ ਕੀ ਸਮਝਾਉਂਦੇ ਹਨ? ਬਿਨਾ ਦੁਆਰ ਸੇ ਦੁਖੀ ਕਰੈ ਪਸਾਰ, ਦੁਖ ਵਿਸਾਰ ਸੇ ਸਹਿਸਾ ਮੂਲੇ ਨਾਵੇ, ਕਰ ਕਰਤਾਰ ਸੇ ਬਿਨਾ ਮਿਲਿਆ ਗੁਰ ਆਏ, ਜਿਨ ਕਉ ਲਿਖਿਆ ਅੰਮ੍ਰਿਤ ਹਰਿ ਕਾ ਨਾਮ, ਦੇਵੈ ਲਿਖਿਆ ਚਾਲੇ ਸਤਿਗੁਰ ਭਾਈ, ਭਵਜੈ ਨਾ ਭੀਖਿਆ ਜਾ ਕਉ ਮਹਿਲ ਜੋਰ, ਦੂਜੇ ਦੇਵੈ ਕਿਛ ਦਰ ਦਰ ਵਾਣੀ ਨਾਮ, ਮੋਲੇ ਪੁੱਛ ਤਿਛ ਛੁਟੈ ਸਾਖੈ ਬੋਲ, ਸਾਹਿਬ ਨਦਰ ਜਿਤ ਕੱਲੇ ਆਣੇ ਆਪ, ਜਿਸ ਨਾਲੇ ਦੂਜਾ ਮਤੈ ਕੋਈ, ਢਾਲੇ ਸਾਰੇ ਸਾਜ ਜਾਣੈ ਸਭ ਸੋਈ, ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਈ, ਢਾਲੇ ਸਾਰੇ ਸਾਜ ਜਾਣੈ ਸਭ ਸੋਈ, ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਈ।
ਵਾਹਿਗੁਰੂ ਜੀ ਕੀ ਫਤਿਹ।